ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ HR ਪੰਜਾਬੀ ਕਹਾਣੀਆਂ ਤੇ। ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰੀ ਪਤਨੀ ਨੂੰ ਅੱਜ ਤੱਕ ਕਿਸੇ ਗੈਰ ਮਰਦ ਨੇ ਨਹੀਂ ਦੇਖਿਆ ਸੀ। ਸ਼ਾਇਦ ਇਹ ਉਸ ਦੀ ਪਵਿੱਤਰਤਾ ਸੀ। ਉਹ ਬਹੁਤ ਖੂਬਸੂਰਤ ਸੀ। ਜਦੋਂ ਵੀ ਮੈਂ ਕਮਰੇ ਵਿੱਚ ਜਾਂਦਾ ਤੇ ਉਹ ਹਮੇਸ਼ਾ ਪੂਜਾ ਪਾਠ ਵਿੱਚ ਬਿਜੀ ਹੁੰਦੀ। ਮੈਂ ਇਹ ਦੇਖ ਕੇ ਖੁਸ਼ ਹੁੰਦਾ ਕਿ ਪ੍ਰਮਾਤਮਾ ਨੇ ਮੈਨੂੰ ਕਿੰਨੀ ਪਵਿੱਤਰ ਪਤਨੀ ਦਿੱਤੀ ਆ। ਜਦੋਂ ਤੱਕ ਉਹ ਪੂਜਾ ਪਾਠ ਕਰਦੀ ਸੀ, ਮੈਂ ਆਪਣੀ ਬਜ਼ੁਰਗ ਮਾਂ ਦੇ ਕੋਲ ਬੈਠ ਜਾਂਦਾ ਸੀ, ਜੋ ਕਈ ਸਾਲਾਂ ਤੋਂ ਬਿਮਾਰ ਸੀ ਤੇ ਮੰਜੇ 'ਤੇ ਹੀ ਸੀ। ਉਹ ਬੋਲ ਵੀ ਨਹੀਂ ਸਕਦੀ ਸੀ, ਪਰ ਮੈਨੂੰ ਉਸ ਵਕਤ ਬੜੀ ਹੈਰਾਨੀ ਹੁੰਦੀ ਜਦੋਂ ਮੰਮੀ ਮੈਨੂੰ ਇਸ਼ਾਰਿਆਂ ਨਾਲ ਕਹਿੰਦੀ, ਤੂੰ ਆਪਣੀ ਪਤਨੀ ਨੂੰ ਘਰੋਂ ਕੱਢ ਦੇ। ਉਹਨਾਂ ਦੀਆਂ ਗੱਲਾਂ ਤੋਂ ਮੈਂ ਪਰੇਸ਼ਾਨ ਹੋ ਜਾਂਦਾ ਕਿ ਇੰਨੀ ਚੰਗੀ ਨੂੰਹ ਮਿਲੀ ਤੁਹਾਨੂੰ, ਫਿਰ ਵੀ ਪਸੰਦ ਨਹੀਂ। ਇੱਕ ਦਿਨ ਮੈਂ ਆਫਿਸ ਤੋਂ ਜਲਦੀ ਘਰ ਆ ਗਿਆ ਤੇ ਦੇਖਿਆ ਕਿ ਮੇਰੀ ਪਤਨੀ ਫਿਰ ਤੋਂ ਪੂਜਾ ਪਾਠ ਵਿੱਚ ਲੱਗੀ ਹੋਈ ਸੀ। ਉਸ ਨੂੰ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਤੇ ਬੋਲਿਆ, ਸਿਮਰ, ਪੂਜਾ ਪਾਠ ਕਰਕੇ ਮੇਰੇ ਵਾਸਤੇ ਇੱਕ ਕੱਪ ਚਾਹ ਦਾ ਬਣਾ ਲਿਆਈ। ਮੈਨੂੰ ਇੱਦਾਂ ਬੋਲ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਮੈਂ ਪਿਛਲੇ 2 ਸਾਲਾਂ ਤੋਂ ਆਪਣਾ ਛੋਟਾ-ਮੋਟਾ ਕੰਮ ਖੁਦ ਹੀ ਕਰਦਾ ਸੀ। ਕਿਉਂਕਿ ਮੇਰੀ ਮੰਮੀ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀ। ਉਹ ਵਿਚਾਰੀ ਤਾਂ ਸਿਰਫ ਬਿਸਤਰੇ 'ਤੇ ਹੀ ਲੇਟੀ ਰਹਿੰਦੀ ਸੀ। ਜੇ ਕਿਸੇ ਦਿਨ ਮੇਰੀ ਸਿਹਤ ਖਰਾਬ ਵੀ ਹੁੰਦੀ ਤਾਂ ਮੈਨੂੰ ਘਰ ਦਾ ਕੰਮ ਖੁਦ ਹੀ ਕਰਨਾ ਪੈਂਦਾ ਸੀ। ਖੈਰ, ਮੈਂ ਇੰਨਾ ਕਹਿ ਕੇ ਬਾਹਰ ਆ ਗਿਆ ਅਤੇ ਬੈੱਡ 'ਤੇ ਬਹਿ ਗਿਆ। ਮੈਨੂੰ ਬੈਠੇ-ਬੈਠੇ ਨੂੰ ਨੀਂਦ ਆ ਗਈ। ਰਾਤ ਦੇ ਤਕਰੀਬਨ 2 ਵਜੇ ਮੇਰੀ ਅੱਖ ਖੁੱਲ੍ਹੀ ਅਤੇ ਭੁੱਖ ਦੇ ਮਾਰੇ ਮੇਰਾ ਦਿਲ ਬੇਹਾਲ ਹੋ ਰਿਹਾ ਸੀ। ਮੈਂ ਜਲਦੀ ਦੇ ਨਾਲ ਉੱਠ ਕੇ ਬੈਠ ਗਿਆ। ਜਦੋਂ ਕਮਰੇ ਵਿੱਚ ਦੇਖਿਆ ਤਾਂ 0 ਵਾਟ ਦਾ ਬਲਬ ਜਗ ਰਿਹਾ ਸੀ। ਮੇਰੀ ਪਤਨੀ ਫਿਰ ਪੂਜਾ ਪਾਠ ਵਿੱਚ ਬਿਲਕੁਲ ਲੀਨ ਸੀ। ਮੈਂ ਖੁਦ ਹੀ ਫਰਿੱਜ ਤੋਂ ਖਾਣਾ ਕੱਢਿਆ ਅਤੇ ਗਰਮ ਕਰਕੇ ਖਾਣ ਲੱਗਿਆ। ਮੇਰੇ ਦਿਲ ਵਿੱਚ ਅਜੀਬ ਜਿਹੀ ਸ਼ਿਕਾਇਤ ਆ ਗਈ ਕਿ ਕੀ ਹੁੰਦਾ ਜੇਕਰ ਮੇਰੇ ਲਈ ਇੱਕ ਕੱਪ ਚਾਹ ਬਣਾ ਦਿੰਦੀ। ਮੈਂ ਉਹਨੂੰ ਕਿਹਾ ਵੀ ਸੀ ਕਿ ਮੇਰੀ ਸਿਹਤ ਠੀਕ ਨਹੀਂ ਆ। ਉਸ ਨੂੰ ਮੇਰੀ ਜ਼ਰਾ ਵੀ ਪਰਵਾਹ ਨਹੀਂ। ਮੈਂ ਖਾਣਾ ਖਾਂਦੇ ਹੋਏ ਸਿਮਰ ਬਾਰੇ ਸੋਚਣ ਲੱਗ ਪਿਆ। ਮੇਰਾ ਅਤੇ ਸਿਮਰ ਦਾ ਵਿਆਹ 1 ਹਫ਼ਤਾ ਪਹਿਲਾਂ ਹੀ ਹੋਇਆ ਸੀ। ਉਸ ਨੇ ਖੁਦ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਹੀ ਨਹੀਂ ਦਿੱਤਾ ਸੀ। ਉਹ ਸਾਰਾ ਦਿਨ ਪੂਜਾ ਪਾਠ ਵਿੱਚ ਬਿਜੀ ਰਹਿੰਦੀ ਤੇ ਮੈਨੂੰ ਲੱਗਦਾ ਸ਼ਾਇਦ ਇਹ ਵਿਆਹ ਤੋਂ ਖੁਸ਼ ਨਹੀਂ। ਖਾਣਾ ਖਾ ਕੇ ਮੇਰਾ ਧਿਆਨ ਮੰਮੀ ਵੱਲ ਗਿਆ, ਕਿਉਂਕਿ ਉਹਨਾਂ ਦੇ ਕਮਰੇ ਵਿੱਚ ਹਾਏ-ਹਾਏ ਦੀਆਂ ਆਵਾਜ਼ਾਂ ਆ ਰਹੀਆਂ ਸੀ। ਮੈਂ ਜਲਦੀ ਦੇ ਨਾਲ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ। ਮੰਮੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹਨਾਂ ਨੇ ਆਪਣੀ ਲੱਤ ਦੇ ਵੱਲ ਇਸ਼ਾਰਾ ਕੀਤਾ। ਉਸ ਵਿੱਚ ਦਰਦ ਹੋ ਰਹੀ ਸੀ। ਮੈਂ ਤਾਂ ਘੁੱਟਣ ਲੱਗ ਪਿਆ ਅਤੇ ਬਹਾਨੇ ਨਾਲ ਮੰਮੀ ਤੋਂ ਪੁੱਛਣ ਲੱਗਾ ਕਿ ਮੰਮੀ, ਸਿਮਰ ਕਿੱਦਾਂ ਦੀ ਆ। ਮੰਮੀ ਨੇ ਸਿਮਰ ਦਾ ਨਾਂ ਸੁਣ ਕੇ ਮੂੰਹ ਫੇਰ ਲਿਆ। ਉਹਨਾਂ ਦੀਆਂ ਹਰਕਤਾਂ ਤੋਂ ਮੈਂ ਸਮਝ ਨਹੀਂ ਪਾ ਰਿਹਾ ਸੀ। ਇਸ ਕਰਕੇ ਮੈਂ ਆਪਣਾ ਸਵਾਲ ਦੁਹਰਾਇਆ ਤੇ ਬੋਲਿਆ, ਮੰਮੀ, ਸਿਮਰ ਚੰਗੀ ਹੈ ਨਾ? ਤੁਹਾਡਾ ਖਿਆਲ ਤਾਂ ਰੱਖਦੀ ਹੈ ਨਾ? ਮੰਮੀ ਨੇ ਇੱਧਰ ਉੱਧਰ ਸਿਰ ਹਿਲਾ ਦਿੱਤਾ। ਮੰਮੀ ਦੇ ਇਸ ਰਵੱਈਏ ਨੇ ਮੈਨੂੰ ਸ਼ੱਕ ਵਿੱਚ ਪਾ ਦਿੱਤਾ ਕਿ ਸਿਮਰ ਮੇਰੇ ਨਾਲ-ਨਾਲ ਮੰਮੀ ਨੂੰ ਵੀ ਨਜ਼ਰਅੰਦਾਜ਼ ਕਰ ਰਹੀ ਆ। ਇਸ ਤੋਂ ਪਹਿਲਾਂ ਕਿ ਮੈਂ ਮੰਮੀ ਤੋਂ ਕੁਝ ਹੋਰ ਪੁੱਛ ਪਾਉਂਦਾ, ਉਦੋਂ ਨੂੰ ਸਿਮਰ ਮੰਮੀ ਦੇ ਕਮਰੇ ਵਿੱਚ ਆ ਗਈ ਤੇ ਮੈਨੂੰ ਦੇਖ ਕੇ ਹੱਸਣ ਲੱਗੀ। ਅੱਜ ਤੁਸੀਂ ਜਲਦੀ ਉੱਠ ਗਏ। ਮੈਂ ਵੀ ਸਿਰ ਹਿਲਾ ਦਿੱਤਾ ਤੇ ਬੋਲਿਆ ਕਿ ਤੂੰ ਇੱਥੇ ਕੀ ਕਰ ਰਹੀ ਆ? ਉਹ ਬੋਲੀ, ਇਸ ਵਕਤ ਮੌਸਮ ਠੰਡਾ ਹੁੰਦਾ ਹੈ। ਮੈਂ ਪੂਜਾ ਪਾਠ ਤੋਂ ਵਿਹਲੀ ਹੋਈ ਸੀ। ਸੋਚਿਆ ਮੰਮੀ ਦੀਆਂ ਲੱਤਾਂ ਘੁੱਟ ਦੇਵਾਂ ਅਤੇ ਲੱਤਾਂ 'ਤੇ ਕੰਬਲ ਦੇ ਆਵਾਂ। ਮੈਂ ਮੁਸਕਰਾ ਦਿੱਤਾ। ਮੈਨੂੰ ਹੁਣ ਸਮਝ ਆ ਗਿਆ ਸੀ ਕਿ ਮੰਮੀ ਨੂੰ ਸਿਮਰ 'ਤੇ ਕਿਸ ਗੱਲ ਦਾ ਗੁੱਸਾ ਸੀ। ਸ਼ਾਇਦ ਸਿਮਰ ਨੇ ਅੱਜ ਮੰਮੀ ਦੇ ਕੋਲ ਆਉਣ ਤੋਂ ਦੇਰੀ ਕਰ ਦਿੱਤੀ ਸੀ। ਮੈਨੂੰ ਨੀਂਦ ਆ ਰਹੀ ਸੀ, ਇਸ ਕਰਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਚਲਿਆ ਗਿਆ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸਿਮਰ ਆਪਣੇ ਕਮਰੇ ਵਿੱਚ ਨਹੀਂ ਸੀ। ਮੈਂ ਨਹਾ ਧੋ ਕੇ ਕੰਮ 'ਤੇ ਜਾਣ ਲਈ ਤਿਆਰ ਹੋ ਗਿਆ ਤੇ ਬਾਹਰ ਆ ਗਿਆ। ਸਿਮਰ ਨਾਸ਼ਤਾ ਬਣਾ ਚੁੱਕੀ ਸੀ ਅਤੇ ਬੜੇ ਪਿਆਰ ਨਾਲ ਮੰਮੀ ਨੂੰ ਦਲੀਆ ਖਵਾ ਰਹੀ ਸੀ। ਉਹ ਮੰਮੀ ਨੂੰ ਖਾਣਾ ਖਵਾ ਕੇ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਂ ਗੱਲਾਂ-ਗੱਲਾਂ ਵਿੱਚ ਕਹਿਣ ਲੱਗ ਪਿਆ ਕਿ ਸਿਮਰ, ਤੂੰ ਵੀ ਕਹਿੰਦੀ ਹੋਵੇਂਗੀ ਪਤੀ ਦੇ ਨਾਲ-ਨਾਲ ਬਿਮਾਰ ਮਾਂ ਨੂੰ ਵੀ ਸੰਭਾਲਣਾ ਪੈਂਦਾ। ਸਿਮਰ ਇੱਕਦਮ ਬੋਲੀ, ਰੱਬ ਨਾ ਕਰੇ ਰਾਜਨ, ਮੈਂ ਮਾਂ ਦੇ ਬਾਰੇ ਇੱਦਾਂ ਦੀ ਗੱਲ ਸੋਚਾਂ ਵੀ ਕਿ ਪਾਪ ਹੋਵੇਗਾ। ਇਸ ਤਰ੍ਹਾਂ ਦੇ ਲਾਚਾਰ ਲੋਕਾਂ ਦੀ ਮਦਦ ਕਰਨ ਨਾਲ ਸਾਨੂੰ ਪੁੰਨ ਮਿਲਦਾ। ਫਿਰ ਤੁਹਾਡੀ ਮੰਮੀ ਮੇਰੇ ਵਾਸਤੇ ਇੱਕ ਪੁੰਨ ਕਮਾਉਣ ਦਾ ਜ਼ਰੀਆ। ਮੌਤ ਤੋਂ ਬਾਅਦ ਤਾਂ ਸਾਡੇ ਪੁੰਨ ਹੀ ਕੰਮ ਆਉਣਗੇ। ਸਿਮਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਇਸ ਤਰ੍ਹਾਂ ਤਾਂ ਮੈਂ ਵੀ ਸੋਚਿਆ ਨਹੀਂ ਸੀ, ਜਦ ਕਿ ਉਹ ਮੇਰੀ ਮੰਮੀ ਸੀ। ਉਸ ਦਿਨ ਤੋਂ ਬਾਅਦ ਮੈਂ ਮੰਮੀ ਵੱਲੋਂ ਬੇਫਿਕਰ ਹੋ ਗਿਆ।
ਮੇਰੀ ਮਾਂ ਦੀ ਇੰਨੀ ਸੇਵਾ ਕਰਦੀ ਸੀ ਸਿਮਰ। ਮੈਂ ਚਾਹੁੰਦਾ ਸੀ ਕਿ ਸਿਮਰ ਬਸ ਮੇਰੀ ਹੋ ਜਾਵੇ। ਮੈਂ ਜਦੋਂ ਵੀ ਘਰ ਵਿੱਚ ਕਦਮ ਰੱਖਾਂ ਤਾਂ ਉਹ ਸਾਰਾ ਕੰਮ ਛੱਡ ਛਡਾ ਕੇ ਮੇਰੇ ਵੱਲ ਖਿੱਚੀ ਆਵੇ। ਮੈਂ ਇਹ ਗੱਲ ਉਸ ਨੂੰ ਮੂੰਹੋਂ ਕਹਿਣ ਤੋਂ ਡਰਦਾ ਸੀ, ਕਿਉਂਕਿ ਜਦੋਂ ਮੈਂ ਘਰ ਆਉਂਦਾ ਸੀ ਤਾਂ ਉਹ ਪੂਜਾ ਪਾਠ ਵਿੱਚ ਬਿਜੀ ਰਹਿੰਦੀ ਸੀ। ਫਿਰ ਮੈਂ ਉਸ ਨੂੰ ਕਿਹੜੇ ਮੂੰਹ ਨਾਲ ਕਹਿੰਦਾ ਕਿ ਪੂਜਾ ਪਾਠ ਛੱਡ ਦੇ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ, ਪਰ ਮੈਨੂੰ ਅੰਦਰੋਂ ਹੀ ਅੰਦਰੋਂ ਇਹ ਗੱਲ ਖਾਈ ਜਾਂਦੀ ਸੀ, ਭਲਾ ਇਹ ਕਿੱਦਾਂ ਦਾ ਵਿਆਹ ਸੀ। ਮੈਂ ਆਪਣੀ ਪਤਨੀ ਦਾ ਚਿਹਰਾ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ। ਇਹਨਾਂ ਹਾਲਾਤਾਂ ਨੇ ਮੈਨੂੰ ਚਿੜਚਿੜਾ ਬਣਾ ਦਿੱਤਾ। ਮੈਂ ਕੰਮ ਤੋਂ ਵਾਪਸ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ। ਮੈਂ ਬੋਲਿਆ, ਸਿਮਰ ਖਾਣਾ ਲੈ ਆਓ। ਮੇਰੇ ਵੱਲ ਦੇਖ ਕੇ ਡਰ ਗਈ। ਮੈਂ ਕਿਹਾ, ਮੈਂ ਕੁਝ ਮੰਗਿਆ ਤੇਰੇ ਕੋਲੋਂ, ਜਾਂ ਖਾਣਾ ਵੀ ਮੈਂ ਖੁਦ ਹੀ ਲੈ ਲਵਾਂ। ਉਹ ਬੋਲੀ, ਮੈਂ ਹਜੇ ਤੱਕ ਖਾਣਾ ਬਣਾਇਆ ਹੀ ਨਹੀਂ। ਮੈਂ ਚਾਹੁੰਦੀ ਸੀ ਮੈਂ ਪੂਰੀ ਰਮਾਇਣ ਪੜ੍ਹ ਕੇ ਹੀ ਉੱਠਾਂ। ਮੈਂ ਬੋਲਿਆ, ਸਿਮਰ ਤੂੰ ਸ਼ਾਇਦ ਇਹ ਭੁੱਲ ਗਈ ਆ ਕਿ ਮੈਂ ਤੇਰਾ ਪਤੀ ਹਾਂ ਤੇ ਮੇਰੀ ਸੇਵਾ ਕਰਨਾ ਤੇਰਾ ਫਰਜ਼ ਆ। ਲੋਕੀ ਵਿਆਹ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਣ, ਖੁਸ਼ੀਆਂ ਆਉਣ, ਪਰ ਤੇਰੇ ਨਾਲ ਵਿਆਹ ਕਰਵਾ ਕੇ ਮੈਂ ਫਸ ਗਿਆ। ਤੂੰ ਕਦੇ ਵੀ ਮੈਨੂੰ ਸਕੂਨ ਨਹੀਂ ਦਿੱਤਾ ਅਤੇ ਨਾ ਹੀ ਕਦੀ ਮੇਰੇ ਕੋਲ ਬੈਠ ਕੇ ਮੇਰਾ ਹਾਲ ਚਾਲ ਪੁੱਛਿਆ। ਬਸ ਤੈਨੂੰ ਤਾਂ ਪੂਜਾ ਪਾਠ ਵਿੱਚ ਹੀ ਮਤਲਬ ਆ। ਜੇਕਰ ਤੈਨੂੰ ਇੰਨਾ ਹੀ ਸ਼ੌਂਕ ਸੀ ਫਿਰ ਵਿਆਹ ਕਿਉਂ ਕਰਵਾਇਆ? ਆਪਣੇ ਘਰੇ ਹੀ ਰਹਿੰਦੀ ਤੇ ਇੱਕ ਕੋਨੇ ਵਿੱਚ ਬੈਠ ਕੇ ਪੂਜਾ ਪਾਠ ਕਰਦੀ ਰਹਿੰਦੀ। ਵਿਆਹ ਕਰਵਾਉਣ ਦੀ ਕੀ ਜ਼ਰੂਰਤ ਸੀ? ਮੈਂ ਆਪਣੇ ਆਪ 'ਤੇ ਕਾਬੂ ਨਾ ਰੱਖ ਪਾਇਆ ਅਤੇ ਗੁੱਸੇ ਵਿੱਚ ਸਿਮਰ ਨੂੰ ਇਹ ਸਭ ਕੁਝ ਬੋਲ ਦਿੱਤਾ। ਉਹ ਰੋਂਦੀ ਹੋਈ ਬੋਲੀ, ਰਾਜਨ ਦਰਅਸਲ ਮੈਂ ਪੂਜਾ ਪਾਠ ਇਸ ਲਈ ਕਰਦੀ ਹਾਂ ਕਿ ਖੁਦ ਨੂੰ ਤੁਹਾਡੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਡਰ ਹੈ ਕਿਤੇ ਤੁਸੀਂ ਮੇਰੇ ਕਰੀਬ ਨਾ ਆ ਜਾਓ। ਸਿਮਰ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਪੁੱਛਿਆ ਕਿ ਸਿਮਰ ਤੂੰ ਮੇਰੇ ਤੋਂ ਦੂਰ ਕਿਉਂ ਰਹਿਣਾ ਚਾਹੁੰਦੀ ਆ? ਉਹ ਅੱਗੇ ਵਧੀ ਤੇ ਉਸਨੇ ਮੈਨੂੰ ਆਪਣੇ ਹੱਥ ਉੱਤੇ ਇੱਕ ਨਿਸ਼ਾਨ ਦਿਖਾਇਆ। ਉਹ ਬਿਲਕੁਲ ਕਾਲਾ ਸੀ। ਉਹ ਬੋਲੀ, ਇਹ ਨਿਸ਼ਾਨ ਇੱਕ ਬਾਬਾ ਜੀ ਨੇ ਦੇਖਿਆ ਸੀ ਅਤੇ ਕਿਹਾ ਸੀ ਜਿਸ ਨਾਲ ਵੀ ਤੇਰਾ ਵਿਆਹ ਹੋਵੇਗਾ ਉਹ ਲੜਕਾ 7 ਦਿਨਾਂ ਦੇ ਅੰਦਰ ਅੰਦਰ ਹੀ ਮਰ ਜਾਏਗਾ। ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਅਤੇ ਜਾ ਕੇ ਬਾਬਾ ਦੇ ਕਦਮਾਂ ਵਿੱਚ ਡਿੱਗ ਪਈ। ਰੱਬ ਦੇ ਵਾਸਤੇ ਇਸ ਸਮੱਸਿਆ ਦਾ ਹੱਲ ਵੀ ਦੱਸੋ। ਫਿਰ ਬਾਬਾ ਜੀ ਨੇ ਕਿਹਾ, ਜਦੋਂ ਵਿਆਹ ਹੋ ਜਾਏਗਾ ਤਾਂ ਇੱਕ ਕੰਮ ਕਰਨਾ ਹੋਵੇਗਾ। ਤੈਨੂੰ ਵਿਆਹ ਤੋਂ 11 ਦਿਨ ਆਪਣੇ ਪਤੀ ਤੋਂ ਦੂਰੀ ਰੱਖਣੀ ਹੋਵੇਗੀ ਅਤੇ ਪੂਜਾ ਪਾਠ ਵਿੱਚ ਇੱਕਦਮ ਲੀਨ ਹੋਣਾ ਪਵੇਗਾ। ਜਿੰਨਾ ਜ਼ਿਆਦਾ ਰੱਬ ਨੂੰ ਯਾਦ ਕਰੇਂਗੀ ਓਨੀ ਜਲਦੀ ਤੇਰੇ ਸਿਰ ਤੋਂ ਬਲਾ ਟਲ ਜਾਵੇਗੀ। ਇਹ ਗੱਲ ਦੱਸਣ ਤੋਂ ਡਰਦੀ ਸੀ ਕਿ ਕਿਤੇ ਤੁਸੀਂ ਮੈਨੂੰ ਮਨਹੂਸ ਸਮਝ ਕੇ ਛੱਡ ਨਾ ਦਿਓ। ਮੈਂ ਸਿਮਰ ਦੀ ਮਾਸੂਮੀਅਤ ਤੇ ਹੱਸ ਪਿਆ ਤੇ ਕਿਹਾ, ਮੈਂ ਇਹਨਾਂ ਢੋਂਗੀ ਬਾਬਿਆਂ ਦੀਆਂ ਗੱਲਾਂ ਨੂੰ ਨਹੀਂ ਮੰਨਦਾ। ਜ਼ਿੰਦਗੀ ਅਤੇ ਮੌਤ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਬਿਨਾਂ ਵਜ੍ਹਾ ਤੋਂ ਤੂੰ ਮੇਰੇ ਤੋਂ ਦੂਰ ਰਹੀ। ਮੇਰੀ ਗੱਲ ਸੁਣ ਕੇ ਉਹ ਘਬਰਾ ਗਈ ਅਤੇ ਬੋਲੀ, ਰਾਜਨ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਮਰਦ ਤੁਸੀਂ ਹੋ। ਮੇਰਾ ਸਭ ਕੁਝ ਤੁਸੀਂ ਹੋ। ਮੈਂ ਤੁਹਾਨੂੰ ਖੋਣਾ ਨਹੀਂ ਚਾਹੁੰਦੀ। ਰੱਬ ਕਰਕੇ 11 ਦਿਨ ਮੇਰੇ ਤੋਂ ਦੂਰ ਰਹੋ। ਮੈਂ ਸਿਮਰ ਦੇ ਚਿਹਰੇ ਦੀ ਬੇਵਸੀ ਦੇਖੀ ਤੇ ਮੈਂ ਉਸ ਦੀ ਗੱਲ ਮੰਨ ਲਈ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ। ਖੈਰ ਸਿਮਰ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋ ਗਈ। ਜਦੋਂ ਵੀ ਉਹ ਮੈਨੂੰ ਪੂਜਾ ਪਾਠ ਕਰਦੀ ਦੇਖਦਾ ਤਾਂ ਮੈਨੂੰ ਖੁਸ਼ੀ ਹੁੰਦੀ। ਇਹ ਸਭ ਮੇਰੇ ਲਈ ਹੀ ਤਾਂ ਕਰ ਰਹੀ ਆ। ਸਾਡੇ ਵਿਆਹ ਨੂੰ ਕਾਫੀ ਦਿਨ ਲੰਘ ਚੁੱਕੇ ਸੀ, ਪਰ ਜਦੋਂ ਮੈਂ ਆਪਣੀ ਮਾਂ ਕੋਲੋਂ ਜਾਂਦਾ ਤਾਂ ਉਹ ਇਸ਼ਾਰੇ ਕਰਕੇ ਕਹਿੰਦੀ ਕਿ ਤੂੰ ਇਸ ਨੂੰ ਘਰੋਂ ਕੱਢ ਦੇ। ਮੈਂ ਮਾਂ ਨੂੰ ਕਿਹਾ, ਮਾਂ ਕਿਉਂ ਇਸ ਤਰ੍ਹਾਂ ਕਰਦੀ ਆ? ਤੂੰ ਕਿਉਂ ਮੇਰਾ ਘਰ ਉਜਾੜਨਾ ਚਾਹੁੰਦੀ ਆ? ਮੈਂ ਮੰਮੀ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਇੱਧਰ ਮੈਂ ਗਿਣ ਕੇ ਦਿਨ ਕੱਟ ਰਿਹਾ ਸੀ ਕਿ ਕਦੋਂ 11 ਦਿਨ ਪੂਰੇ ਹੋਣ ਤੇ ਮੈਂ ਤੇ ਮੇਰੀ ਪਤਨੀ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰੀਏ। ਤੇ ਸਿਮਰ ਵੀ ਮੈਨੂੰ ਕਹਿੰਦੀ ਕਿ ਕਦੋਂ 11 ਦਿਨ ਪੂਰੇ ਹੋਣ ਤੇ ਮੈਂ ਇਸ ਵਿੱਚੋਂ ਨਿਕਲ ਜਾਵਾਂ। ਮੈਂ ਸਿਮਰ ਦੀਆਂ ਗੱਲਾਂ ਸੁਣ ਕੇ 7ਵੇਂ ਅਸਮਾਨ ਦੀ ਸੈਰ ਕਰਨ ਲੱਗ ਜਾਂਦਾ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆਇਆ ਤਾਂ ਸਿਮਰ ਬੋਲੀ ਕਿ ਮਾਂ ਖਾਣਾ ਨਹੀਂ ਖਾ ਰਹੀ। ਉਸਨੇ ਬਹੁਤ ਮਜ਼ਬੂਤੀ ਨਾਲ ਮੂੰਹ ਬੰਦ ਕਰ ਰੱਖਿਆ। ਉਹਨਾਂ ਨੂੰ ਡਾਕਟਰ ਕੋਲ ਲੈ ਜਾਓ। ਮੈਂ ਪਰੇਸ਼ਾਨ ਹੋ ਗਿਆ ਤੇ ਜਲਦੀ ਨਾਲ ਮੰਮੀ ਦੇ ਕਮਰੇ ਵਿੱਚ ਗਿਆ। ਮੈਂ ਉਹਨਾਂ ਨੂੰ ਖਾਣਾ ਨਾ ਖਾਣ ਦੀ ਵਜ੍ਹਾ ਪਤਾ ਕਰਨੀ ਚਾਹੀ ਤਾਂ ਉਹਨਾਂ ਨੇ ਇਸ਼ਾਰਿਆਂ ਵਿੱਚ ਕਿਹਾ, ਮੈਂ ਉਦੋਂ ਤੱਕ ਖਾਣਾ ਨਹੀਂ ਖਾਵਾਂਗੀ ਜਦੋਂ ਤੱਕ ਤੂੰ ਆਪਣੀ ਪਤਨੀ ਨੂੰ ਛੱਡ ਨਹੀਂ ਦਿੰਦਾ। ਮੈਂ ਮੰਮੀ ਦੀ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਿਆ। ਮੈਂ ਬੋਲਿਆ ਕਿ ਨਹੀਂ ਖਾਣਾ ਤਾਂ ਨਾ ਖਾਓ। ਮੇਰੇ ਉੱਪਰ ਕੋਈ ਅਹਿਸਾਨ ਨਹੀਂ ਹੈ ਤੁਹਾਡਾ। ਮੈਂ ਉੱਠ ਕੇ ਛੱਤ 'ਤੇ ਚਲਿਆ ਗਿਆ। ਮੈਂ ਸੋਚਿਆ ਭਲਾ ਇਹ ਵੀ ਕੋਈ ਗੱਲ ਹੋਈ। ਇਹ ਸਮਝ ਨਹੀਂ ਆਉਂਦੀ ਕਿ ਔਰਤ ਸੱਸ ਬਣਨ ਤੋਂ ਬਾਅਦ ਇੰਨੀ ਤੰਗ ਦਿਲੀ ਕਿੱਦਾਂ ਹੋ ਸਕਦੀ ਆ।
ਮੈਂ ਸਿਮਰ ਨੂੰ ਕਹਿ ਦਿੱਤਾ ਕਿ ਮਾਂ ਦਾ ਪੇਟ ਖਰਾਬ ਹੈ, ਉਸ ਨੂੰ ਖਾਣਾ ਦੇਣ ਦੀ ਕੋਈ ਜ਼ਰੂਰਤ ਨਹੀਂ। ਫਿਰ ਰਾਤ ਨੂੰ ਮੈਨੂੰ ਨੀਂਦ ਨਹੀਂ ਆ ਰਹੀ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਲੋੜ ਕੀ ਸੀ ਮੈਨੂੰ ਮਾਂ ਨਾਲ ਜਿੱਦ ਕਰਨ ਦੀ। ਉਹ ਤਾਂ ਬਿਮਾਰ ਆ। ਮੈਂ ਉਸ ਲਈ ਦਾ ਦਲੀਆ ਚੁੱਕਿਆ ਤੇ ਉਸਦੇ ਕਮਰੇ ਵਿੱਚ ਚਲਿਆ ਗਿਆ। ਮੰਮੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ। ਉਸਨੇ ਮੈਨੂੰ ਇਸ਼ਾਰੇ ਵਿੱਚ ਕਿਹਾ, ਬੇਟਾ ਮੇਰੇ ਲਈ ਕੋਈ ਨਰਸ ਲਿਆ ਦੇ। ਮੈਂ ਡਾਕਟਰ ਨੂੰ ਕਿਹਾ ਕੱਲ੍ਹ ਨੂੰ ਇੱਕ ਨਰਸ ਭੇਜ ਦਿਓ ਤੇ ਸਿਮਰ ਨੂੰ ਵੀ ਕਹਿ ਦਿੱਤਾ ਕਿ ਕੱਲ੍ਹ ਨੂੰ ਡਾਕਟਰ ਨਰਸ ਨੂੰ ਭੇਜ ਰਹੇ ਹਨ ਮੰਮੀ ਦੇ ਚੈੱਕਅਪ ਕਰਨ ਵਾਸਤੇ। ਇਹ ਸੁਣ ਕੇ ਸਿਮਰ ਬੁੱਝ ਜਿਹੇ ਗਈ ਪਰ ਬੋਲੀ ਕੁਝ ਨਹੀਂ। ਅਗਲੇ ਦਿਨ ਜਾ ਕੇ ਮੈਂ ਨਰਸ ਨੂੰ ਲੈ ਆਇਆ ਤੇ ਉਸ ਨੂੰ ਕਿਹਾ ਮੰਮੀ ਦੀ ਕੱਲੀ ਬਿਮਾਰੀ ਬਾਰੇ ਮੈਨੂੰ ਦੱਸਣਾ। ਸਿਮਰ ਦੇ ਆਉਣ ਤੋਂ ਪਹਿਲਾਂ ਵੀ ਉਹੀ ਨਰਸ ਮੰਮੀ ਦੀ ਦੇਖਭਾਲ ਲਈ ਰੱਖੀ ਹੋਈ ਸੀ। ਉਹ ਮੰਮੀ ਦੇ ਕਮਰੇ ਵਿੱਚ ਜਾ ਕੇ ਚੈੱਕਅਪ ਕਰਨ ਤੋਂ ਬਾਅਦ ਬੋਲੀ, ਰਾਜਨ ਸਾਹਿਬ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਹਾਡੀ ਮੰਮੀ ਦੀ ਹਾਲਤ ਬਹੁਤ ਗੰਭੀਰ ਹੈ ਤੇ ਜ਼ਖਮ ਬਣ ਚੁੱਕੇ ਹਨ। ਖੁਰਕ ਵੀ ਬਹੁਤ ਹੁੰਦੀ ਹੋਵੇਗੀ, ਪਰ ਤੁਹਾਨੂੰ ਤਾਂ ਪਤਾ ਹੈ ਤੁਹਾਡੀ ਮੰਮੀ ਲਾਚਾਰ ਹੈ, ਸੋ ਇਹ ਸਭ ਕਿਵੇਂ ਬਰਦਾਸ਼ਤ ਕਰਦੇ ਹੋਣਗੇ। ਰਾਜਨ ਸਾਹਿਬ ਜੇ ਤੁਸੀਂ ਆਪਣੀ ਮੰਮੀ ਦਾ ਖਿਆਲ ਨਹੀਂ ਰੱਖ ਸਕਦੇ ਸੀ ਤਾਂ ਉਹਨਾਂ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ। ਮੈਂ ਨਰਸ ਦੀਆਂ ਗੱਲਾਂ ਸੁਣ ਕੇ ਕੰਬਣ ਲੱਗ ਗਿਆ। ਮੇਰੀਆਂ ਅੱਖਾਂ ਵਿੱਚ ਅੱਥਰੂ ਆਉਣ ਲੱਗ ਪਏ। ਇੰਨੇ ਨੂੰ ਸਿਮਰ ਆਈ ਤੇ ਉਸਨੇ ਕਿਹਾ ਮੰਮੀ ਦੀ ਕੀ ਰਿਪੋਰਟ ਆਈ ਆ? ਕੀ ਕਿਹਾ ਨਰਸ ਨੇ? ਮੈਂ ਕਿਹਾ ਉਸਨੇ ਕਿਹਾ ਲੇਟੇ ਰਹਿਣ ਨਾਲ ਮਰੀਜ਼ ਦੀ ਭੁੱਖ ਘਟ ਜਾਂਦੀ ਆ, ਉਸ ਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਆ। ਉਸ ਨੂੰ ਤਸੱਲੀ ਹੋ ਗਈ। ਰਾਤ ਹੋ ਗਈ ਤੇ ਮੈਂ ਸੌਣ ਲਈ ਲੇਟ ਗਿਆ ਪਰ ਨੀਂਦ ਕਿੱਥੇ ਆਉਂਦੀ ਸੀ। ਨਰਸ ਦੀਆਂ ਗੱਲਾਂ ਮੈਨੂੰ ਯਾਦ ਆ ਰਹੀਆਂ ਸੀ। ਰਾਤ ਦਾ ਪਤਾ ਨਹੀਂ ਕਿਹੜਾ ਪਹਿਰ ਸੀ, ਖੜਾਕੇ ਕਾਰਨ ਮੇਰੀ ਅੱਖ ਖੁੱਲ੍ਹ ਗਈ। ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਸਿਮਰ ਆਪਣੀ ਅਲਮਾਰੀ ਵਿੱਚੋਂ ਇੱਕ ਕਾਲੇ ਰੰਗ ਦਾ ਬੈਗ ਕੱਢ ਰਹੀ ਸੀ। ਉਹ ਕੱਢ ਕੇ ਉਸਨੇ ਹੌਲੀ ਜਿਹੀ ਅਲਮਾਰੀ ਬੰਦ ਕਰ ਦਿੱਤੀ, ਕਮਰੇ ਤੋਂ ਬਾਹਰ ਨਿਕਲ ਗਈ। ਮੈਂ ਵੀ ਹੌਲੀ ਉਸ ਦੇ ਪਿੱਛੇ ਨਿਕਲ ਗਿਆ, ਦੇਖਾਂ ਤਾਂ ਸਹੀ ਮੇਰੀ ਪਤਨੀ ਕਿੱਥੇ ਜਾ ਰਹੀ ਆ। ਉਹ ਛੱਤ 'ਤੇ ਜਾ ਰਹੀ ਸੀ। ਮੈਂ ਵੀ ਉਹਦੇ ਮਗਰ ਚਲਿਆ ਗਿਆ। ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਸਾਹਮਣੇ ਇੱਕ ਲੜਕਾ ਖੜਾ ਸੀ। ਸਿਮਰ ਉਸ ਨੂੰ ਬੋਲ ਰਹੀ ਸੀ, ਇਹ ਬੈਗ ਵਿੱਚ ਮੇਰੇ ਸਾਰੇ ਗਹਿਣੇ ਅਤੇ ਪੈਸੇ ਰੱਖ ਦਿੱਤੇ ਹਨ। ਇੱਥੇ ਮੇਰਾ ਰਹਿਣਾ ਮੁਸ਼ਕਲ ਹੋ ਗਿਆ। ਵਿਆਹ ਨੂੰ ਵੀ 11 ਦਿਨ ਹੋਣ ਵਾਲੇ ਆ। ਘਰ ਵਿੱਚ ਨਰਸ ਰੱਖ ਲਈ ਆ। ਹੁਣ ਮੈਂ ਤੈਨੂੰ ਨਾ ਦਿਨੇ ਮਿਲ ਸਕਦੀ ਆ ਨਾ ਰਾਤ ਨੂੰ। ਚੱਲ ਆਪਾਂ ਭੱਜ ਚੱਲੀਏ। ਸਿਮਰ ਉਸ ਨੂੰ ਬੈਗ ਫੜਾ ਹੀ ਰਹੀ ਸੀ ਕਿ ਮੈਂ ਉਸ ਦੇ ਹੱਥੋਂ ਬੈਗ ਫੜ ਲਿਆ। ਸਿਮਰ ਮੈਨੂੰ ਦੇਖ ਕੇ ਡਰ ਗਈ। ਉਸ ਨੂੰ ਕੁਝ ਸੁੱਝਿਆ ਨਹੀਂ ਤਾਂ ਉਹ ਰੱਸੀ ਨੂੰ ਰਾਹੀਂ ਥੱਲੇ ਉਤਰਨ ਲੱਗੀ ਜਿੱਥੋਂ ਉਹ ਲੜਕਾ ਆਇਆ ਸੀ। ਰੱਸੀ ਦੀ ਪਕੜ ਮਜ਼ਬੂਤ ਨਹੀਂ ਸੀ ਜਿਸ ਕਾਰਨ ਉਹ ਥੱਲੇ ਡਿੱਗ ਗਈ ਅਤੇ ਉਸ ਦੀ ਲੱਤ ਟੁੱਟ ਗਈ, ਪਰ ਉਹ ਲੜਕਾ ਭੱਜਣ ਵਿੱਚ ਕਾਮਯਾਬ ਹੋ ਗਿਆ। ਮੈਂ ਹੇਠਾਂ ਆ ਗਿਆ ਤੇ ਉਸ ਨੂੰ ਕਿਹਾ, ਇੰਨਾ ਸਭ ਕਰਨ ਦੀ ਕੀ ਲੋੜ ਸੀ? ਤੂੰ ਮੈਨੂੰ ਸਿੱਧਾ ਹੀ ਤਲਾਕ ਦੇ ਦਿੰਦੀ। ਦਿਲ ਤਾਂ ਕਰਦਾ ਪੂਰੇ ਮੁਹੱਲੇ ਵਿੱਚ ਰੌਲਾ ਪਾ ਦੇਵਾਂ ਕਿ ਮੇਰੀ ਘਰਵਾਲੀ ਘਰੋਂ ਭੱਜਣ ਵੇਲੇ ਥੱਲੇ ਡਿੱਗ ਗਈ ਤੇ ਲੱਤ ਤੁੜਵਾ ਕੇ ਬੈਠ ਗਈ। ਉਸ ਦਾ ਆਸ਼ਿਕ ਉਸ ਨੂੰ ਛੱਡ ਕੇ ਭੱਜ ਗਿਆ। ਉਹ ਇਹ ਸੁਣਦੇ ਹੀ ਰੋਣ ਲੱਗ ਗਈ ਤੇ ਮੈਂ ਕਿਹਾ, ਤੂੰ ਸੱਚ ਦੱਸ ਕਿ ਇੰਨਾ ਪੂਜਾ ਪਾਠ ਸੱਚੀ ਕਰਦੀ ਸੀ ਜਾਂ ਸਿਰਫ ਮੇਰੇ ਸਾਹਮਣੇ ਵਿਖਾਵਾ? ਉਹ ਡਰਦੀ ਮੈਨੂੰ ਕਹਿਣ ਲੱਗੀ, ਮੈਂ ਗੌਤਮ ਨੂੰ ਪਿਆਰ ਕਰਦੀ ਸੀ ਪਰ ਮੇਰੀ ਮੰਮੀ ਨੇ ਮੇਰਾ ਵਿਆਹ ਤੁਹਾਡੇ ਨਾਲ ਕਰਵਾ ਦਿੱਤਾ। ਗੌਤਮ ਨੇ ਮੈਨੂੰ ਕਿਹਾ ਸੀ ਜੇਕਰ ਤੇਰੇ ਘਰ ਵਾਲੇ ਨੇ ਤੈਨੂੰ ਹੱਥ ਲਾਇਆ ਤਾਂ ਮੈਂ ਆਪਣੀ ਜਾਨ ਦੇ ਦਿਆਂਗਾ। ਮੈਂ ਤੁਹਾਡੇ ਤੋਂ ਦੂਰ ਰਹਿਣ ਲਈ ਇਸ ਤਰ੍ਹਾਂ ਕਰਦੀ ਸੀ। ਮੈਂ ਹੱਸ ਕੇ ਕਿਹਾ ਕਿ ਤੇਰੀ ਖਾਤਰ ਜਾਨ ਦੇਣ ਵਾਲਾ ਤਾਂ ਤੈਨੂੰ ਇਸ ਹਾਲ ਵਿੱਚ ਛੱਡ ਕੇ ਭੱਜ ਗਿਆ। ਮੈਂ ਉਸ ਨੂੰ ਚੁੱਕਿਆ ਤੇ ਹਸਪਤਾਲ ਲੈ ਗਿਆ। ਉਸ ਦੇ ਮੰਮੀ ਪਾਪਾ ਨੂੰ ਵੀ ਉੱਥੇ ਬੁਲਾ ਲਿਆ ਤੇ ਸਾਰੀ ਗੱਲ ਉਹਨਾਂ ਨੂੰ ਦੱਸੀ। ਮੈਂ ਸਿਮਰ ਨੂੰ ਕਿਹਾ, ਰੱਬ ਦੇ ਨਾਂ 'ਤੇ ਕਿਸੇ ਨੂੰ ਦੁਬਾਰਾ ਬੇਵਕੂਫ ਨਾ ਬਣਾਈ। ਇਹ ਕਹਿ ਕੇ ਮੈਂ ਹਸਪਤਾਲ ਵਿੱਚੋਂ ਬਾਹਰ ਆ ਗਿਆ ਤੇ ਸੋਚਣ ਲੱਗ ਪਿਆ ਕਿ ਹੱਦ ਤੋਂ ਜ਼ਿਆਦਾ ਚੰਗੇ ਲੋਕਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।